ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਮੇਂ ਦਾ ਲਾਹਾ ਲਈਏ, ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਸਮਝਾਉਂਦੇ ਸੀ ਸਤਿਗੁਰੂ ਜੀ ਕਿ ਉਸ ਪ੍ਰਭੂ ਨੂੰ ਆਪਾਂ ਸਦਾ ਨਿਕਟ ਕਰਕੇ ਜਾਣਨਾ ਹੈ, ਦੇਖਣਾ ਹੈ। ਜਾਣਨਾ ਹੁੰਦਾ ਹੈ, ਦੇਖਣਾ ਹੈ। ਤੇ ਕਿਵੇਂ? ਪ੍ਰਭੂ ਦੀ ਆਗਿਆ ਲੈ ਕੇ, ਪੂਰੇ ਗੁਰ ਤੋਂ ਉਪਦੇਸ਼ ਲੈ ਕੇ, ਕਿਉਂਕਿ ਪੂਰਾ ਗੁਰ ਕਦੋਂ ਹੈ? ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਦੋਂ ਪੂਰੇ ਨੂੰ ਪਾ ਲੈਂਦੇ ਹਾਂ, ਪੂਰਾ ਨਾਮ ਹੈ, ਫਿਰ ਆਪ ਪ੍ਰਭੂ ਆਪਣੇ ਗੁਣ ਦਿੰਦਾ ਹੈ, ਆਪਣਾ ਗੁਰ ਦਿੰਦਾ ਹੈ ਆਪਣੇ ਜਨਾਂ ਦੁਆਰਾ। ਉਸ ਨੂੰ ਆਪਾਂ ਮੰਨਣਾ ਹੈ ਸਤ ਕਰਕੇ। ਪ੍ਰਭ ਕੀ ਆਗਿਆ ਸਤ ਕਰ ਮਾਨ, ਗੁਰ ਕਾ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਜਪ ਜਪ। ਗੁਰ ਦਾ ਬਚਨ ਲੈ ਕੇ ਆਪਾਂ ਮਨ ਦਾ ਖਤਮ ਕਰਨਾ ਹੈ, ਮਨ ਪ੍ਰਕਾਸ਼ ਹੋ ਜਾਣਾ ਹੈ। ਫਿਰ ਆਪ ਵੀ ਜਪਣਾ ਹੈ, ਦੂਜਿਆਂ ਨੂੰ ਜਪਾਉਣਾ ਹੈ, ਨਾਲ ਜਪਣਾ ਹੈ ਤੇ ਨਾਲ ਜਪਣਾ ਹੈ। ਦੇਖਣਾ ਵੀ ਹੈ ਤੇ ਉਸ ਦਾ ਗਿਆਨ ਵੀ ਦੇਣਾ ਹੈ, ਕਿਉਂਕਿ ਜਦ ਤੱਕ ਦੇਖ ਨਹੀਂ ਲੈਂਦੇ ਤੇ ਆਪਾਂ ਦੂਜਿਆਂ ਨੂੰ ਵੀ ਦੇਖਣ ਦਾ ਤਰੀਕਾ ਨਹੀਂ ਦੱਸ ਸਕਦੇ। ਜਦੋਂ ਆਪ ਦੇਖ ਲਿਆ ਤੇ ਫਿਰ ਦੂਜਿਆਂ ਨੂੰ ਵੀ ਤਰੀਕਾ ਦੱਸ ਸਕਦੇ ਹਾਂ, ਜੁਗਤ ਦੱਸ ਸਕਦੇ ਹਾਂ, ਉਸ ਪ੍ਰਭੂ ਦੀ ਕਿਰਪਾ ਸਦਕਾ। ਸੋ ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਅਗਲਾ ਸ਼ਬਦ ਜੋ ਹੈ ਆਪਾਂ ਵਿਚਾਰੀਏ। ਰਹੋ ਪੰਕਤੀ। ਜੋ ਗੁਰ ਦੀਆ ਸੋ ਮਨ ਕੈ ਕਾਮ, ਸੰਤ ਕਾ ਕੀਆ ਸਤਿਕਾਰ ਮਨ। ਪਹਿਲੇ ਸ਼ਬਦ ਵਿੱਚ ਸੀ ਪ੍ਰਭੂ ਦੀ ਆਗਿਆ, ਇੱਥੇ ਹੈ ਸੰਤ ਕਾ ਕੀਆ। ਮਨ ਕੈ ਸਤਿਕਾਰ ਮਨ। ਵੀ ਸੰਤ, ਕਿਉਂਕਿ ਪਰਮੇਸ਼ਰ ਆਪਣੇ ਸੰਤਾਂ ਦੁਆਰਾ ਗੁਰ ਦਾ ਵਚਨ ਦਿੰਦਾ ਹੈ, ਗੁਰ ਦਾ ਗਿਆਨ ਦਿੰਦਾ ਹੈ। ਉਸ ਪ੍ਰਭੂ ਦਾ ਆਪਣਾ ਹੀ ਉਹ ਵਚਨ ਹੈ, ਕਿਉਂਕਿ ਆਪ ਆਪਣੇ ਜਨਾਂ ਦੁਆਰਾ ਦਿੰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਉਸ ਨੂੰ ਸਤ ਕਰਕੇ ਮੰਨਣਾ ਹੈ, ਤੇ ਜੋ ਗੁਰ ਦਿੱਤਾ ਸਾਨੂੰ ਉਹੀ ਮਨ ਦਾ ਕੰਮ ਹੈ, ਉਹੀ ਮਨ ਦੇ ਕੰਮ ਆਉਣਾ ਹੈ। ਜੋ ਗੁਰ ਦੀਆ ਸੋ ਮਨ ਕੈ ਕਾਮ, ਕਿਉਂਕਿ ਮਨ ਦੇ ਵਾਸਤੇ ਗੁਰ ਹੀ ਸਾਰਾ ਕੁਛ ਹੈ, ਪਰ ਉਹ ਆਪ ਪ੍ਰਭੂ ਵੱਲੋਂ ਦਿੱਤਾ ਹੋਇਆ ਬਚਨ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਗੁਰ ਕਾ ਬਚਨ ਸਦਾ ਅਬਿਨਾਸੀ। ਉਹ ਦਿੱਤਾ ਹੋਇਆ ਬਚਨ, ਗੁਰ ਦਾ ਬਚਨ ਜਿਹੜਾ ਹੈ ਆਪ ਦਿੱਤਾ ਉਸ ਪ੍ਰਭੂ ਦੇ ਵੱਲੋਂ, ਉਹ ਅਬਿਨਾਸੀ ਹੈ। ਕਿਉਂਕਿ ਸਰੀਰ ਮਰ ਸਕਦਾ ਹੈ, ਬਚਨ ਕਦੇ ਨਹੀਂ ਮਰਦਾ। ਬਚਨ ਦਿੱਤਾ, ਇਸ ਕਰਕੇ ਜਿਹੜਾ ਗੁਰ ਦਾ ਬਚਨ ਆਪ ਪ੍ਰਭੂ ਦਿੰਦਾ, ਕਿਉਂਕਿ ਆਪ ਵੀ ਅਬਿਨਾਸੀ ਹੈ ਤੇ ਉਸ ਦਾ ਦਿੱਤਾ ਬਚਨ ਵੀ ਅਬਿਨਾਸੀ ਹੈ। ਗੁਰ ਕੈ ਬਚਨ ਕੱਟੀ ਜਮ ਫਾਸੀ। ਤੇ ਗੁਰ ਦੇ ਬਚਨ ਦੁਆਰਾ ਹੀ ਜਮਾਂ ਦੀ ਫਾਸੀ ਕੱਟੀ ਗਈ ਹੈ। ਜਦੋਂ ਗੁਰ ਦੇ ਬਚਨ ਨੂੰ ਸਤ ਕਰਕੇ ਮੰਨ ਲੈਂਦੇ ਹਾਂ, ਜੋ ਮਨ ਦੇ ਕੰਮ ਹੈ, ਜੋ ਸੰਤਾਂ ਦੁਆਰਾ ਦਿੱਤਾ ਜਾਂਦਾ ਹੈ, ਤੇ ਫਿਰ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਗੁਰ ਕਾ ਬਚਨ ਜੀ ਕੈ ਸੰਗ। ਫਿਰ ਜਿਹੜਾ ਗੁਰ ਦਾ ਬਚਨ ਹੈ ਉਹ ਸਦਾ ਸਾਡੇ ਸੰਗ ਰਹਿੰਦਾ ਹੈ,
ਕਿਉਂਕਿ ਜਿਵੇਂ ਕੋਈ ਵੀ ਗਿਆਨ ਹੈ, ਜੋ ਆਪਾਂ ਗਿਆਨ ਲੈ ਲੈਂਦੇ ਹਾਂ ਅਤੇ ਉਹ ਗਿਆਨ ਸਾਡੇ ਨਾਲ ਰਹਿੰਦਾ ਹੈ। ਸਰੀਰ ਕਰਕੇ ਕੋਈ ਨਾਲ ਨਹੀਂ ਰਹਿ ਸਕਦਾ। ਇੱਦਾਂ ਗੁਰ ਦਾ ਬਚਨ ਸਾਡੇ ਨਾਲ ਰਹਿੰਦਾ ਹੈ ਅਤੇ ਮਾਲਕ ਵੀ ਸਾਡੇ ਨਾਲ ਰਹਿੰਦਾ, ਉਸਨੂੰ ਵੀ ਨੇੜੇ ਦੇਖਦੇ ਰਹਿਣਾ ਹੈ। ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਗੁਰ ਦੇ ਬਚਨ ਦੁਆਰਾ ਹੀ ਅਸੀਂ ਉਸ ਪ੍ਰਭੂ ਦੇ ਰੰਗ ਦੇ ਵਿੱਚ ਰੰਗੇ ਜਾ ਸਕਦੇ ਹਾਂ, ਜਿਵੇਂ ਇਹ ਜਨ ਜਿਹੜੇ ਆਪ ਰੰਗੇ ਗਏ ਸਾਨੂੰ ਦੱਸਦੇ ਨੇ। ਗੁਰ ਕਾ ਬਚਨ ਰਚੈ ਰਾਮ ਕੈ ਰੰਗ। ਉਸ ਦੇ ਨਾਮ ਦੇ ਵਿੱਚ, ਰੰਗ ਦੇ ਵਿੱਚ ਮਨ ਰਤਿਆ ਜਾਂਦਾ ਹੈ। ਗੁਰ ਦੇ ਬਚਨ ਦੁਆਰਾ ਗੁਰ ਮਨ ਵੀ ਪ੍ਰਕਾਸ਼ ਹੋ ਜਾਂਦਾ ਹੈ। ਪਰਮੇਸ਼ਰ ਵੀ ਪ੍ਰਕਾਸ਼ ਹੈ, ਰਾਮ ਵੀ ਪ੍ਰਕਾਸ਼ ਹੈ। ਗੁਰ ਕਾ ਬਚਨ ਅਟਲ ਅਛੇਤ। ਗੁਰ ਦਾ ਬਚਨ ਜਿਹੜਾ ਹੈ ਅਟਲ ਹੈ, ਅਛੇਤ ਹੈ, ਉਸ ਨੂੰ ਕੋਈ ਕੱਟ ਨਹੀਂ ਸਕਦਾ। ਉਸ ਦਾ ਦਿੱਤਾ ਬਚਨ ਅਟਲ ਹੈ। ਗੁਰ ਕੈ ਬਚਨ ਕੱਟੇ ਭਰਮ ਭੇਦ। ਗੁਰ ਦੇ ਬਚਨ ਦੁਆਰਾ ਹੀ ਸਾਡੇ ਜਿਹੜੇ ਭਰਮ ਨੇ ਇਹ ਕੱਟੇ ਜਾਂਦੇ ਨੇ ਅਤੇ ਮਾਲਕ ਦਾ ਭੇਦ ਆਉਂਦਾ ਹੈ, ਕਿਉਂਕਿ ਪਹਿਲੇ ਭਰਮ ਖਤਮ ਹੋ ਜਾਂਦੇ ਨੇ ਗੁਰ ਦੇ ਬਚਨ ਨੂੰ ਮੰਨਣ ਦੇ ਨਾਲ। ਗੁਰ ਕਾ ਬਚਨ ਕਤਹੂ ਨਾ ਜਾਏ। ਉਹ ਸਾਡੇ ਨਾਲ ਹੀ ਰਹਿ ਸਕਦਾ ਹੈ, ਕੋਈ ਸਾਤੋਂ ਖੋ ਨਹੀਂ ਸਕਦਾ, ਕਿਤੇ ਜਾਂਦਾ ਨਹੀਂ। ਜੇ ਅਸੀਂ ਉਸ ਨੂੰ ਸੁਣ ਕੇ ਮੰਨ ਲਿਆ, ਹਿਰਦੇ ਵਿੱਚ ਵਸਾ ਲਿਆ, ਫਿਰ ਉਹ ਸਾਡੇ ਨਾਲ ਹੀ ਰਹਿੰਦਾ ਹੈ, ਕਿਤੇ ਜਾਂਦਾ ਨਹੀਂ ਹੈ। ਗੁਰ ਕੈ ਬਚਨ ਹਰਿ ਕੇ ਗੁਣ ਗਾਏ। ਅਤੇ ਗੁਰ ਦੇ ਬਚਨ ਦੁਆਰਾ ਹੀ ਫਿਰ ਅਸੀਂ ਹਰੀ ਦੇ ਗੁਣ ਗਾਉਂਦੇ ਹਾਂ, ਜਾਂ ਗੁਰ ਦਾ ਬਚਨ ਦੇਣਾ ਹੀ ਹਰੀ ਦੇ ਗੁਣ ਨੇ। ਜਦੋਂ ਇਹ ਖਜ਼ਾਨਾ ਦਿੰਦਾ ਹੈ, ਜੋ ਜਨ ਹਰੀ ਦੇ ਗੁਣ ਗਾਉਂਦੇ ਨੇ, ਉਹ ਹਰੀ ਦਾ ਗੁਣ ਕੀ ਹੈ? ਗੁਰ ਦਾ ਬਚਨ, ਗੁਰ ਦਾ ਗਿਆਨ ਦੇਣਾ, ਗੁਰ ਦੀ ਸਿਫਤ ਸਲਾਹ ਕਰਨੀ, ਇਹ ਹਰੀ ਦਾ ਜਿਹੜਾ ਹੈ ਗੁਣ ਨੇ। ਗੁਰ ਕਾ ਬਚਨ ਜੀ ਕੈ ਸਾਥ। ਸਦਾ ਨਾਲ ਹੀ ਰਹਿੰਦਾ ਹੈ, ਨਾਲ ਨਿਭਣਾ ਹੈ, ਇੱਥੇ ਵੀ ਨਾਲ ਹੈ, ਅੱਗੇ ਵੀ ਨਾਲ ਨਿਭਣਾ ਹੈ। ਗੁਰ ਕਾ ਬਚਨ ਅਨਾਥ ਕੋ ਨਾਥ। ਜੇ ਮਨ ਸਾਡਾ ਜਦੋਂ ਸਮਝਦਾ ਹੈ ਕਿ ਅਸੀਂ ਅਨਾਥ ਹਾਂ, ਕਿਉਂਕਿ ਮਨ ਉਸ ਪ੍ਰਭੂ ਤੋਂ ਵਿਛੜਿਆ ਅਨਾਥ ਹੈ। ਸਾਡਾ ਮਾਤਾ ਪਿਤਾ ਕੌਣ ਹੈ? ਮਨ ਦਾ ਹਰੀ, ਪਰਮੇਸ਼ਰ। ਜਿਵੇਂ ਕੋਈ ਬੱਚਾ ਆਪਣੇ ਮਾਤਾ ਪਿਤਾ ਤੋਂ ਵਿਛੜ ਜਾਂਦਾ ਹੈ, ਮਾਤਾ ਪਿਤਾ ਤੋਂ ਵਿਛੋੜਾ ਪੈ ਜਾਂਦਾ ਹੈ, ਉਹ ਵੀ ਅਨਾਥ ਹੋ ਜਾਂਦਾ ਹੈ। ਇੱਦਾਂ ਹੀ ਸਾਡਾ ਮਨ ਜਦੋਂ ਤੱਕ ਉਸ ਪ੍ਰਭੂ ਤੋਂ ਵਿਛੜਿਆ ਹੈ, ਇਹ ਅਨਾਥ ਹੈ। ਅਤੇ ਗੁਰ ਦਾ ਬਚਨ ਫਿਰ ਇਸ ਨੂੰ ਉਸ ਪ੍ਰਭੂ ਦੇ ਨਾਲ ਜੋੜਦਾ ਹੈ, ਫਿਰ ਸਾਨੂੰ ਉਸ ਮਾਲਕ ਦੇ ਨਾਲ ਜੋੜ ਦਿੰਦਾ। ਇਸ ਕਰਕੇ ਸਾਡਾ ਨਾਥ ਹੈ। ਗੁਰ ਕੈ ਬਚਨ ਨਰਕ ਨਾ ਪਵੈ। ਫਿਰ ਸਾਨੂੰ ਕਦੇ ਨਰਕ ਦੇ ਵਿੱਚ ਨਹੀਂ ਜਾਣਾ ਪਏਗਾ, ਜੇ ਅਸੀਂ ਗੁਰ ਦੇ ਬਚਨ ਨੂੰ ਸੁਣ ਕੇ ਮੰਨਿਆ ਹੈ, ਜੋ ਮਨ ਦੇ ਕੰਮ ਆਉਣਾ ਹੈ। ਕਿਉਂਕਿ ਫਿਰ ਗੁਰ ਸਾਨੂੰ ਪਰਮੇਸ਼ਰ ਦੇ ਵਿੱਚ, ਦਰਗਾਹ ਦੇ ਵਿੱਚ ਵਸਾ ਦੇਵੇਗਾ। ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਗੁਰ ਦੇ ਬਚਨ ਦੁਆਰਾ ਹੀ ਮਨ ਫਿਰ ਰਸਨਾ ਦੁਆਰਾ ਜੀਵ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ, ਸ਼ਬਦ ਦੀ ਵਿਚਾਰ ਕਰਦਾ ਹੈ, ਜਿਹੜਾ ਅੰਮ੍ਰਿਤ ਸ਼ਬਦ ਕਿਹਾ ਹੈ। ਗੁਰ ਕਾ ਬਚਨ ਪ੍ਰਗਟ ਸੰਸਾਰ। ਗੁਰ ਦੇ ਬਚਨ ਦੁਆਰਾ ਹੀ ਜੀਵ ਸੰਸਾਰ 'ਚ ਪ੍ਰਗਟ ਹੋ ਜਾਂਦਾ ਹੈ। ਗੁਰ ਕੈ ਬਚਨ ਨਾ ਆਵੈ ਹਾਰ। ਕਦੇ ਹਾਰ ਨਹੀਂ ਆਉਂਦੀ, ਨਾ ਸੰਸਾਰ ਦੇ ਵਿੱਚ ਅਤੇ ਨਾ ਦਰਗਾਹ ਦੇ ਵਿੱਚ। ਗੁਰ ਦੇ ਬਚਨ ਨੂੰ ਸੁਣ ਕੇ ਮਨ ਵਿੱਚ ਵਸਾਇਆ ਹੈ, ਨਾ ਇੱਥੇ ਹਾਰ ਆਵੇ ਅਤੇ ਨਾ ਦਰਗਾਹ ਦੇ ਵਿੱਚ। ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਇਆਲ। ਜਿਨ੍ਹਾਂ ਜਨਾਂ 'ਤੇ ਆਪ ਦਇਆ ਕਰਦਾ ਹੈ, ਕਿਰਪਾ ਕਰਦਾ ਹੈ,
ਉਹਨਾਂ ਤੇ ਫਿਰ ਸਦਾ ਹੀ ਉਹ ਦਿਆਲੂ ਰਹਿੰਦਾ ਹੈ। ਸਦਾ ਉਹ ਸਤਿਗੁਰ ਦੇ ਨਾਲ ਰਹਿੰਦੇ ਨੇ, ਗੁਰ ਦੇ ਬਚਨ ਨੂੰ ਮੰਨਦੇ ਨੇ, ਅਤੇ ਗੁਰ ਦਾ ਬਚਨ ਆਪਣੇ ਜਨਾਂ ਦੇ ਸਦਾ ਸੰਗ ਰਹਿੰਦਾ ਹੈ, ਉਹਨਾਂ ਦੇ ਨਾਲ ਰਹਿੰਦਾ ਹੈ। ਕਿਹਨਾਂ ਦੇ ਨਾਲ ਰਹਿੰਦਾ ਹੈ? ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਕਿਉਂਕਿ ਜੇ ਮਨ ਨਿਰਮਲ ਹੋ ਗਿਆ ਤੇ ਫਿਰ ਬਾਹਰੋਂ ਵੀ ਅਸੀਂ ਨਿਰਮਲ ਹਾਂ, ਫਿਰ ਸਾਡੇ ਗੁਰ ਨਾਲ ਰਹਿੰਦਾ ਹੈ। ਜੇ ਅਸੀਂ ਸਿਰਫ ਬਾਹਰੋਂ ਨਿਰਮਲ ਹਾਂ, ਮਨ ਮੈਲਾ ਹੈ, ਫਿਰ ਮਹਾਰਾਜ ਸਮਝਾਉਂਦੇ ਨੇ ਕਿ ਫਿਰ ਸਾਡਾ ਤਨ ਵੀ ਮੈਲਾ ਹੀ ਹੈ। ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਜਿਉ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸਚ ਸਮਾਨੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜਦ ਮਨ ਨਿਰਮਲ ਹੋ ਜਾਂਦਾ ਹੈ, ਗੁਰ ਵੀ ਸਾਡੇ ਸਦਾ ਨਾਲ ਰਹਿੰਦਾ ਹੈ। ਆਓ ਅਗਲਾ ਸ਼ਬਦ। ਰਮਈਆ ਰੇਨ ਸਾਧ ਜਨ ਭਾਵੋ, ਗੁਰ ਮਿਲ ਆਪਣਾ ਖਸਮ ਤਿਆਵੋ। ਹੁਣ ਸਮਝਾਉਂਦੇ ਨੇ ਰਮਈਆ ਪਰਮੇਸ਼ਰ, ਉਸ ਦੇ ਬਚਨ। ਰੇਨ ਹੁੰਦਾ ਤੂੜੀ, ਬਚਨ। ਪਰਮੇਸ਼ਰ ਦੇ ਬਚਨ ਕਿੱਥੋਂ ਪ੍ਰਾਪਤ ਹੁੰਦੇ ਨੇ? ਸਾਧੂ ਜਨਾਂ ਦਾ ਸੰਗ ਕਰਕੇ, ਕਿਉਂਕਿ ਸਾਧੂ ਦੀ ਰਸਨਾ ਤੇ ਆਪ ਬੋਲਦਾ ਹੈ। ਸਾਧੂ ਦੀ ਰਸਨਾ ਤੇ ਬੈਠ ਕੇ ਸਾਨੂੰ ਫਿਰ ਗੁਰ ਦਿੰਦਾ ਹੈ। ਗੁਰ ਮਿਲ ਆਪਣਾ ਖਸਮ ਤਿਆਗ। ਫਿਰ ਜਦੋਂ ਗੁਰ ਲੈ ਕੇ ਅਸੀਂ ਕਮਾਉਂਦੇ ਹਾਂ ਤੇ ਫਿਰ ਪ੍ਰਗਟ ਹੋ ਜਾਂਦਾ ਹੈ, ਫਿਰ ਅਸੀਂ ਉਸ ਨੂੰ ਧਿਆਉਂਦੇ ਹਾਂ। ਪਰ ਬੋਲਦਾ ਹੈ, ਧਿਆ ਆਪਾਂ ਸਾਰੇ ਸਕਦੇ ਹਾਂ ਉਸ ਪ੍ਰਭੂ ਨੂੰ, ਪਰ ਬੋਲਦਾ ਉਸ ਦੀ ਸਿਫਤ ਸਲਾਹ ਜਦੋਂ ਆਪ ਆਪਣੀ ਸਿਫਤ ਸਲਾਹ ਕਰਾਉਂਦਾ ਹੈ, ਆਪਣੇ ਗੁਣ ਗਵਾਉਂਦਾ ਹੈ, ਉਦੋਂ ਹੀ ਅਸੀਂ ਗਾ ਸਕਦੇ ਹਾਂ। ਧਿਆ ਆਪਾਂ ਸਾਰੇ ਸਕਦੇ ਹਾਂ। ਨਾਮ ਨੂੰ ਧਿਆ ਸਕਦੇ ਹਾਂ, ਹਰੀ ਨੂੰ ਧਿਆ ਸਕਦੇ ਹਾਂ, ਪਰ ਕਰਮ ਦੇ ਵਿੱਚ ਜਿਸ ਨੂੰ ਲਾਉਂਦਾ ਉਹ ਹੀ ਫਿਰ ਜੀਵ ਉਹ ਕਰਮ ਕਰਦਾ ਹੈ। ਇਸ ਕਰਕੇ ਸਮਝਾਇਆ ਹੈ ਕਿ ਸਾਧ ਜਨ ਨੇ ਉਹਨਾਂ ਦਾ ਸੰਗ ਕਰਕੇ ਹੀ ਗੁਰ ਮਿਲਦਾ ਹੈ, ਤੇ ਗੁਰ ਨੂੰ ਮਿਲ ਕੇ ਫਿਰ ਆਪਾਂ ਖਸਮ ਨੂੰ ਧਿਆਉਣਾ ਹੈ। ਇਹ ਰਹੋ ਪੰਕਤੀ ਸੀ। ਆਓ ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਇਹ ਵੀ ਗੌੜੀ ਗੁਆਰੇਰੀ ਮਹਲਾ ਪੰਜਵਾਂ ਹੈ। ਜਿਨ ਕੀਤਾ ਮਾਟੀ ਤੇ ਰਤਨ, ਜਿਸ ਪ੍ਰਭੂ ਨੇ ਸਾਨੂੰ ਮਿੱਟੀ ਤੋਂ ਰਤਨ ਬਣਾ ਦਿੱਤਾ ਹੈ। ਮਿੱਟੀ ਕੀ ਹੈ? ਪਹਿਲਾਂ ਆਪਾਂ ਤਨ ਤੱਕ ਸੀਮਤ ਹਾਂ। ਤਨ ਕੀ ਹੈ? ਮਿੱਟੀ। ਤੇ ਅਸੀਂ ਤਨ ਨੂੰ ਹੀ ਆਪਣਾ ਆਪਾ ਜਾਣਦੇ ਸੀ ਕਿ ਅਸੀਂ ਤਨ ਹੀ ਹਾਂ। ਲੇਕਿਨ ਜਦੋਂ ਸਾਧੂ ਜਨਾਂ ਦਾ ਸੰਗ ਕਰਕੇ ਗੁਰ ਲੈਂਦੇ ਹਾਂ ਤੇ ਫਿਰ ਮਨ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਮਨ ਮਿੱਟੀ ਤੋਂ ਰਤਨ ਹੋ ਜਾਂਦਾ ਹੈ, ਮੁਖ ਉਜਲ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ ਮਨ। ਪਰ ਕਰਦਾ ਕੌਣ ਹੈ? ਆਪ ਪ੍ਰਭੂ। ਉਸ ਨੇ ਕੀਤਾ ਹੈ। ਜਦੋਂ ਆਪਾਂ ਬਾਰ ਬਾਰ ਉਸ ਨੂੰ ਧਿਆਉਂਦੇ ਹਾਂ, ਉਸ ਦੇ ਨਾਲ ਆਪਣੇ ਧਿਆਨ ਨੂੰ ਛੂਹਦੇ ਹਾਂ, ਤੇ ਫਿਰ ਮਨ ਸਾਡਾ ਰਤਨ ਬਣ ਜਾਂਦਾ ਹੈ, ਮੋਤੀ ਹੀਰਾ ਬਣ ਜਾਂਦਾ ਹੈ। ਗਰਭ ਮੈਂ ਰਾਖਿਆ ਜਿਨ ਕਰ ਯਤਨ, ਜਿਹਨੇ ਸਾਨੂੰ ਗਰਭ ਦੇ ਵਿੱਚ ਵੀ ਪਾਲਿਆ, ਜਿੱਥੇ ਸਾਨੂੰ ਕੋਈ ਵੀ ਨਹੀਂ ਪਾਲ ਸਕਦਾ, ਉੱਥੇ ਕੌਣ ਪਾਲਦਾ ਹੈ? ਆਪ ਪਰਮੇਸ਼ਰ, ਜਿਸ ਨੂੰ ਆਪਾਂ ਪੜ੍ਹਦੇ ਹਾਂ ਕਿ ਜਦੋਂ ਮਾਤਾ ਦੇ ਗਰਭ ਦੇ ਵਿੱਚ, ਤਿੱਥੈ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਮਾਤਾ ਦੇ ਉਦਰ ਦੇ ਵਿੱਚ ਵੀ ਜਿੱਥੇ ਹੋਰ ਨਹੀਂ ਕੋਈ ਰੱਖ ਸਕਦਾ, ਉੱਥੇ ਇਹ ਸਮਰੱਥ ਮਾਲਕ ਹੀ ਸਾਨੂੰ ਰੱਖਦਾ ਹੈ, ਤੇ ਜਨਮ ਦੇ ਕੇ ਫਿਰ ਸਾਨੂੰ
ਰਤਨ ਬਣਾ ਦਿੰਦਾ ਹੈ। ਜਿਨ ਦੀਨੀ ਸੋਭਾ ਵਡਿਆਈ, ਜਿਹਨੇ ਸੋਭਾ ਦਿੱਤੀ, ਵਡਿਆਈ ਬਖਸ਼ਿਸ਼ ਕੀਤੀ ਹੈ ਉਸ ਪ੍ਰਭੂ ਨੇ ਸਾਨੂੰ। ਤਿਸ ਪ੍ਰਭੂ ਕੋ 8 ਪਹਿਰ ਧਿਆਈ, ਐਸੇ ਪ੍ਰਭੂ ਨੂੰ ਫਿਰ ਸਮਝਾਉਂਦੇ ਨੇ 8 ਪਹਿਰ ਆਪਾਂ ਧਿਆਉਣਾ ਹੈ, ਕਿਉਂਕਿ ਉਸੇ ਦਾ ਦਿੱਤਾ ਸਾਰਾ ਕੁਛ ਹੈ। ਉਸੇ ਨੇ ਆਪਾਂ ਨੂੰ ਇਹ ਜਨਮ ਦਿੱਤਾ, ਉਸੇ ਨੇ ਇਸ ਸਰੀਰ ਦੇ ਵਿੱਚ ਜੋਤ ਰੱਖੀ ਹੈ। ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠ ਸਤ ਤਿਸੇ ਧਿਆਈ। ਤਿਸੇ ਧਿਆਏ ਜੋ ਏਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ। ਇੱਕ ਨੂੰ ਧਿਆਉਣਾ ਜਿਹੜਾ ਅਲਖ ਹੈ, ਇੱਥੇ ਵੀ ਰੱਖਦਾ ਤੇ ਅੱਗੇ ਵੀ ਸਾਡੀ ਰੱਖਦਾ ਹੈ। ਜਿਨ ਕੀਤਾ ਮੂੜ ਤੇ ਬਖਤਾ, ਹੁਣ ਉਸ ਪ੍ਰਭੂ ਹੀ ਹੈ ਜੋ ਸਾਨੂੰ ਮੂਰਖਾਂ ਤੋਂ ਬਖਤਾ ਬਣਾ ਦਿੰਦਾ ਹੈ, ਆਪਣਾ ਗਿਆਨ ਦੇ ਕੇ ਆਪ ਆਪਣਾ ਗਿਆਨ ਬਖਸ਼ਿਸ਼ ਕਰ ਦਿੰਦਾ ਹੈ। ਜੋ ਅਸੀਂ ਕਦੇ ਪਹਿਲਾਂ ਉਸ ਪ੍ਰਭੂ ਦੀ ਗੱਲ ਨਹੀਂ ਸੀ ਕਰ ਸਕਦੇ, ਤ੍ਰੈਗੁਣੀ ਵਿਚਾਰਾਂ ਕਰ ਸਕਦੇ ਸੀ, ਲੇਕਿਨ ਉਸੇ ਪ੍ਰਭੂ ਨੇ ਦਇਆ ਕਰਕੇ ਸਾਨੂੰ ਆਪਣਾ ਬਖਤਾ ਬਣਾ ਲਿਆ। ਕਿਹੜਾ ਬਖਤਾ ਕਿਸ ਨੂੰ ਕਹਿੰਦੇ ਹਨ? ਜਿਹੜਾ ਸ਼ਬਦ ਦਾ ਗਿਆਨ ਹੈ, ਜਿਸ ਸ਼ਬਦ ਨੂੰ ਸਾਡੀ ਸੁਰਤੀ ਸੁਣਦੀ ਹੈ, ਕਿਉਂਕਿ ਆਪ ਪ੍ਰਭੂ ਸਾਡੀ ਰਸਨਾ 'ਤੇ ਬਹਿ ਕੇ ਬੋਲਦਾ ਹੈ। ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ। ਬੁੱਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਤੇ ਆਪ ਸਾਨੂੰ ਬਖਤਾ ਬਣਾ ਦਿੰਦਾ ਹੈ, ਆਪਣਾ ਗਿਆਨ ਦਿੰਦਾ ਹੈ, ਆਪਣੀ ਸੋਝੀ ਦਿੰਦਾ ਹੈ। ਜਿਨ ਕੀਤਾ ਬੇਸੁਰਤ ਤੇ ਸੁਰਤਾ, ਤੇ ਫਿਰ ਸਾਡੀ ਸੁਰਤੀ ਜਦੋਂ ਸੁਣ ਲੈਂਦੀ ਹੈ ਉਸ ਸ਼ਬਦ ਨੂੰ, ਫਿਰ ਬੇਸੁਰਤ ਤੋਂ ਇਸ ਨੂੰ ਆਪਣੀ ਆਪੇ ਦਾ ਗਿਆਨ ਹੋ ਜਾਂਦਾ ਹੈ। ਸੁਰਤ ਨੂੰ ਆਪਣਾ ਗਿਆਨ ਹੋ ਜਾਂਦਾ, ਸੁਰਤ ਵੀ ਸੱਚੀ ਹੋ ਜਾਂਦੀ ਹੈ। ਸੁਰਤ ਸਤ ਸਤ ਜਸ ਸੁਣਤਾ। ਜਿਸ ਪ੍ਰਸਾਦ ਨਵੈ ਨਿਧ ਪਾਈ, ਫਿਰ ਜਿਹਦੀ ਕਿਰਪਾ ਦੁਆਰਾ ਇਹ ਨੌ ਨਿਧ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ। ਸੋ ਪ੍ਰਭ ਮਨ ਤੇ ਬਿਸਰਤ ਨਾਹੀ, ਫਿਰ ਉਹ ਪ੍ਰਭੂ ਮਨ ਤੋਂ ਵਿਸਰਦਾ ਨਹੀਂ ਹੈ, ਕਿਉਂਕਿ ਸਮਾ ਜਾਂਦੇ, ਇੱਕ ਦੂਜੇ ਸਮਾ ਜਾਂਦਾ ਹੈ, ਵਿਸਰਦਾ ਨਹੀਂ ਹੈ। ਜਿਵੇਂ ਪਾਣੀ ਪਾਣੀ 'ਚ ਮਿਲ ਕੇ ਵਿਸਰਦਾ ਨਹੀਂ ਹੈ, ਇਹ ਬੂੰਦ ਪਾਣੀ 'ਚ ਮਿਲ ਜਾਵੇ, ਇੱਦਾਂ ਹੀ ਜਦੋਂ ਜੋਤ ਉਸ ਪ੍ਰਭੂ 'ਚ ਮਿਲ ਜਾਂਦੀ ਹੈ, ਫਿਰ ਸਾਨੂੰ ਵਿਸਰਦਾ ਨਹੀਂ ਹੈ। ਜਿਨ ਦੀਆ ਨਿਥਾਵੇ ਕੋ ਥਾਨ, ਜਿਸ ਪ੍ਰਭੂ ਨੇ ਫਿਰ ਸਾਨੂੰ ਨਿਥਾਵਿਆਂ ਨੂੰ, ਕਿਉਂਕਿ ਉਸ ਘਰ ਦੇ ਵਿੱਚ ਸਾਨੂੰ ਥਾਂ ਨਹੀਂ ਸੀ। ਸੰਸਾਰ ਦੇ ਵਿੱਚ ਤਾਂ ਆਪਾਂ ਬੜੇ ਥਾਂ ਮਿਲ ਜਾਂਦੇ, ਲੇਕਿਨ ਦਰਗਾਹ ਦੇ ਵਿੱਚ ਥਾਂ ਨਹੀਂ ਸੀ। ਇਸ ਕਰਕੇ ਮਨ ਸਾਡਾ ਨਿਥਾਵਾ ਸੀ। ਫਿਰ ਉਸ ਪ੍ਰਭੂ ਨੇ ਸਾਨੂੰ ਦਰਗਾਹ ਦੇ ਵਿੱਚ ਥਾਂ ਦਿੱਤਾ, ਜਿੱਥੇ ਬੈਠ ਕੇ ਆਪਾਂ ਪ੍ਰਭੂ ਨੂੰ ਧਿਆਉਂਦੇ ਹਾਂ, ਜਿੱਥੇ ਬੈਠ ਕੇ ਅਸੀਂ ਆਪਣੇ ਮਨ ਨੂੰ ਧੋਂਦੇ ਹਾਂ, ਮਨ ਦੀ ਕਾਢਤ ਕੱਢਦੇ ਹਾਂ। ਉੱਥੇ ਆਪਾਂ ਤਾਂ ਹੀ ਗਏ ਜਦ ਪ੍ਰਭੂ ਨੇ ਦਇਆ ਕੀਤੀ ਹੈ। ਜਿਨ ਦੀਆ ਨਿਮਾਣੇ ਕੋ ਮਾਨ, ਤੇ ਫਿਰ ਉਸਨੇ ਆਪਣੇ ਨਿਮਾਣਿਆਂ ਨੂੰ ਮਾਨ ਬਖਸ਼ਿਸ਼ ਕੀਤਾ ਹੈ, ਕਿਉਂਕਿ ਉਹ ਨਿਮਾਣਿਆਂ ਨੂੰ ਹੀ ਮਾਨ ਦਿੰਦਾ ਹੈ, ਨਿਤਾਣਿਆਂ ਨੂੰ ਹੀ ਥਾਂ ਦਿੰਦਾ ਹੈ, ਨਿਥਾਵਿਆਂ ਨੂੰ ਥਾਂ ਦਿੰਦਾ ਹੈ, ਹੰਕਾਰੀਆਂ ਨੂੰ ਨਹੀਂ ਦਿੰਦਾ। ਜਿਨ ਕੀਨੀ ਸਭ ਪੂਰਨ ਆਸਾ, ਜਿਹਨੇ ਮਨ ਦੀ ਸਾਰੀ ਆਸਾ ਪੂਰੀ ਕੀਤੀ। ਸਿਮਰੋ ਦਿਨ ਰਹਿਣ ਸਾਸ ਗਰਾਸਾ, ਐਸੇ ਪ੍ਰਭੂ ਨੂੰ ਸਿਮਰਨਾ ਹੈ। ਸਿਮਰਨਾ ਕੀ ਹੈ? ਚਿਤਵਣਾ ਹੈ, ਧਿਆਉਣਾ ਹੈ। ਕਿੱਥੇ? ਸਾਸ ਗਰਾਸ, ਚਿੱਤ ਸਵਾਸ ਅੰਦਰ ਜਾਂਦਾ ਬਾਹਰ ਆਉਂਦਾ, ਉੱਥੇ ਦੇਖਦੇ ਰਹਿਣਾ ਹੈ। ਇਸੇ ਨੂੰ ਸਿਮਰਨਾ ਕਹਿ ਦਿੱਤਾ ਹੈ, ਧਿਆਉਣਾ ਕਹਿ ਦਿੱਤਾ ਹੈ, ਚਿਤਵਨਾ ਕਹਿ ਦਿੱਤਾ ਹੈ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਜਿਹੜਾ ਮਨ ਨੂੰ ਮਾਇਆ ਦਾ ਕੱਪੜਾ ਪਿਆ ਸੀ ਪਹਿਲਾਂ,
ਜਿਹੜਾ ਪ੍ਰਭੂ ਨੂੰ ਨਹੀਂ ਸੀ ਪਾਉਂਦਾ। ਫਿਰ ਉਸ ਨੇ ਦਇਆ ਕੀਤੀ, ਕਿਰਪਾ ਕੀਤੀ, ਇਸ ਮਾਇਆ ਦੀ ਸਿਲਕ ਨੂੰ ਕੱਟ ਕੇ ਨਾਮ ਰੂਪੀ ਕੱਪੜਾ ਸਾਨੂੰ ਪਹਿਨਾਇਆ, ਜਿਹਦੇ ਦੁਆਰਾ ਸਾਡਾ ਕਾਇਆ ਨਾਮ ਦੇ ਰੰਗ ਦੇ ਵਿੱਚ ਰੰਗੀ ਗਈ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਸਮਝਾਉਂਦੇ ਨੇ। ਫਿਰ ਗੁਰ ਦੀ ਕਿਰਪਾ ਦੁਆਰਾ ਹੀ ਜਿਹੜਾ ਇਹ ਤ੍ਰੈਗੁਣੀ ਸੰਸਾਰ ਬਿਖ ਦਿਸਦਾ ਸੀ ਪਹਿਲਾਂ, ਜਦੋਂ ਮਨ ਪ੍ਰਕਾਸ਼ ਹੋ ਗਿਆ, ਜੋਤ ਦਾ ਸੋਝੀ ਹੋ ਗਈ ਕਿ ਸਾਰਿਆਂ 'ਚ ਪ੍ਰਭੂ ਦੀ ਜੋਤ ਹੈ, ਫਿਰ ਇਹੀ ਸੰਸਾਰ ਅੰਮ੍ਰਿਤ ਬਣ ਗਿਆ ਹੈ। ਉਹਦੀ ਦਇਆ ਦੇ ਨਾਲ ਹੀ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਕਹੋ ਨਾਨਕ ਇਸ ਤੇ ਕਿਛ ਨਾਹੀਂ। ਪਰ ਇਹ ਕਿਸੇ ਹੋਰ ਤੋਂ ਨਹੀਂ ਹੁੰਦਾ, ਕਿਉਂਕਿ ਉਸ ਪ੍ਰਭੂ ਦੁਆਰਾ ਹੀ ਸਾਰਾ ਕੁਛ ਉਸ ਦੀ ਦਇਆ ਨਾਲ ਹੀ ਹੁੰਦਾ ਹੈ। ਰਾਖਣ ਹਾਰੇ ਕੋ ਸਲਾਹੀ। ਇਸ ਕਰਕੇ ਆਪਾਂ ਸਿਰਫ ਸਲਾਹ ਕਿਸ ਦੀ ਕਰਨੀ ਹੈ, ਕਿਉਂਕਿ ਦੂਜਾ ਨਹੀਂ ਕੋਈ ਕਰ ਸਕਦਾ। ਇਸ ਕਰਕੇ ਰੱਖਣ ਹਾਰ ਪ੍ਰਭੂ ਹੈ, ਜਿਹਨੇ ਸਾਨੂੰ ਹਰ ਥਾਂ ਸਾਨੂੰ ਪਾਲਦਾ ਹੈ, ਰੱਖਦਾ ਹੈ, ਅਤੇ ਆਪਾਂ ਉਸੇ ਦੀ ਸਿਫਤ ਸਲਾਹ ਕਰਦੇ ਹਾਂ, ਦੂਜੇ ਦੀ ਨਹੀਂ। ਕਿਉਂਕਿ ਦੂਜਾ ਜੋ ਹੈ ਉਹ ਉਸ ਨੂੰ ਵੀ ਪਰਮੇਸ਼ਰ ਹੀ ਪਾਲਦਾ ਹੈ। ਜੋ ਆਪਣੇ ਆਪ ਨੂੰ ਕੁਝ ਸਮਝਦਾ ਹੈ ਉਹ ਪ੍ਰਭੂ ਨੂੰ ਨਹੀਂ ਪਾਉਂਦਾ, ਕੁਛ ਵੀ ਕਰਦਾ ਹੈ ਉਸੇ ਨੂੰ ਉਹੀ ਪਾਉਂਦਾ ਹੈ ਜਿਹੜਾ ਸਮਝਦਾ ਹੈ ਕਿ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਹੈ, ਸਾਨੂੰ ਸਾਰੇ ਸੰਸਾਰ ਨੂੰ ਦੇਣ ਵਾਲਾ ਇੱਕੋ ਹੀ ਦਾਤਾ ਹੈ, ਅਤੇ ਅਸੀਂ ਸਾਰੇ ਭਿਖਾਰੀ ਹਾਂ। ਅਗਲਾ ਸ਼ਬਦ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਜਪ ਮਨ ਮੇਰੇ ਰਾਮ ਰਾਮ ਰੰਗ, ਘਰ ਬਾਹਰ ਤੇਰਾ ਸਦਾ ਸੰਗ। ਹੁਣ ਮਨ ਨੂੰ ਸਮਝਾਉਂਦੇ ਨੇ ਕਿ ਜਪਣਾ ਕਦੋਂ ਜਪਦਾ ਹੈ ਮਨ? ਪਹਿਲਾਂ ਉਸ ਰਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ, ਫਿਰ ਮਨ ਉਸ ਨੂੰ ਜਪਦਾ, ਉਹਦੇ ਵਿੱਚ ਰਤ ਕੇ ਉਹਦੇ ਰੰਗ 'ਚ ਰਤਿਆ ਜਾਂਦਾ ਹੈ ਮਨ। ਫਿਰ ਆਪ ਪ੍ਰਭੂ ਜਦੋਂ ਗਿਆਨ ਦਿੰਦਾ ਹੈ, ਫਿਰ ਉਸ ਨੂੰ ਜਪਦਾ, ਉਸ ਦੀ ਸਿਫਤ ਸਲਾਹ ਕਰਦਾ, ਉਸ ਦੇ ਗੁਣ ਦਿੰਦਾ ਹੈ। ਜਦੋਂ ਸਾਡੇ ਸਦਾ ਸੰਗ ਹੋ ਜਾਂਦਾ ਹੈ, ਘਰ ਵੀ ਬਾਹਰ ਵੀ ਜਦੋਂ ਸਦਾ ਹੀ ਸੰਗ ਹੈ, ਫਿਰ ਮਨ ਨੇ ਜਪਣਾ ਹੈ। ਫਿਰ ਮੇਰਾ ਮਨ ਜਪਦਾ ਹੈ। ਸਮਝਾਉਂਦੇ ਨੇ ਵੀ ਮੇਰਾ ਮਨ ਕਦੋਂ ਜਪਦਾ ਹੈ? ਜਦੋਂ ਰਾਮ ਦੇ ਰੰਗ ਵਿੱਚ ਰੰਗਿਆ ਗਿਆ, ਘਰ ਵੀ ਬਾਹਰ ਵੀ ਸਦਾ ਹੀ ਜਦੋਂ ਸੰਗ ਰਹਿੰਦਾ ਹੈ, ਮਨ ਦਾ ਸੰਗੀ ਹੋ ਜਾਂਦਾ ਹੈ। ਇਹ ਰਹੋ ਪੰਕਤੀ ਸੀ। ਸ਼ਬਦ ਸ਼ੁਰੂ ਕਰਦੇ। ਤਿਸ ਕੀ ਸਰਨ ਨਾਹੀਂ ਪਉ ਸੋਗ। ਜਦੋਂ ਉਸੇ ਦੀ ਸ਼ਰਨ, ਕਿਉਂਕਿ ਅੰਦਰ ਬਾਹਰ ਘਰ ਬਾਹਰ ਹਰ ਥਾਂ ਸੰਗ ਹੈ, ਫਿਰ ਮਨ ਉਸੇ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ, ਕਿਉਂਕਿ ਦੂਜਾ ਹੈ ਹੀ ਨਹੀਂ ਕੋਈ ਇੱਥੇ, ਸਰਬ ਵਿਆਪਕ ਹੈ। ਸਦਾ ਅਸੀਂ ਉਸ ਦੀ ਸ਼ਰਨ ਦੇ ਵਿੱਚ ਹਾਂ। ਜਦੋਂ ਮਨ ਉਸ ਦੀ ਸ਼ਰਨ ਦੇ ਵਿੱਚ ਹੈ, ਫਿਰ ਨਾ ਡਰ ਹੈ ਤੇ ਨਾ ਸੋਗ ਹੈ। ਉਸ ਤੇ ਬਾਹਰ ਕਛੂ ਨਾ ਹੋਗ, ਕਿਉਂਕਿ ਜੋ ਕੁਛ ਵੀ ਹੋਣਾ ਉਸੇ ਦੇ ਕਿਰਪਾ ਦੇ ਨਾਲ, ਉਸੇ ਦੇ ਹੁਕਮ ਦੇ ਵਿੱਚ ਹੋਣਾ ਹੈ। ਜੇ ਕੁਛ ਵੀ ਮਾੜਾ ਹੋਣਾ ਹੈ, ਉਹ ਵੀ ਉਸੇ ਦੇ ਹੁਕਮ ਦੇ ਵਿੱਚ ਹੋਣਾ। ਇਸ ਕਿਸੇ ਨੂੰ ਸਮਝ ਆ ਜਾਂਦੀ, ਸੋਝੀ ਹੋ ਜਾਂਦੀ ਹੈ, ਫਿਰ ਸਾਨੂੰ ਨਾ ਪਾਓ ਤੇ ਨਾ ਸੁੱਖ। ਕਿਉਂਕਿ ਜੋ ਵੀ ਕਰਨ ਵਾਲਾ, ਦੁੱਖ ਦੇਣ ਵਾਲਾ, ਸੁੱਖ ਦੇਣ ਵਾਲਾ, ਮਾਰਨ ਵਾਲਾ, ਜਿਵਾਲਣ ਵਾਲਾ, ਸਾਰਾ ਕੁਛ ਆਪ ਹੈ। ਤਜੀ ਸਿਆਣਪ ਬਲ ਬੁੱਧ ਬੇਕਾਰ। ਆਪਣੀ ਸਿਆਣਪ ਛੱਡ ਦਿੱਤੀ, ਆਪਣਾ ਬਲ ਛੱਡ ਦਿੱਤਾ, ਆਪਣੀ ਬੁੱਧ ਜਿਹੜੀ ਬੇਕਾਰਾਂ ਦੇ ਤੱਕ ਤ੍ਰੈ ਗੁਣਾ ਤਕਸੀਮ ਸੀ, ਇਹ ਸਾਰਾ ਕੁਛ ਛੱਡ ਦਿੱਤਾ। ਦਾਸ ਆਪਣੇ ਕੀ ਰਾਖਣ ਹਾਰ। ਜਦੋਂ ਇਹ ਸਾਰਾ ਕੁਝ ਛੱਡ ਦਿੰਦਾ ਹੈ ਮਨ, ਫਿਰ ਆਪ ਪ੍ਰਭੂ ਆਪਣੇ ਦਾਸਾਂ ਦੀ, ਜਨਾਂ ਦੀ ਰੱਖਦਾ ਹੈ।
ਕਿਉਂਕਿ ਜਦ ਤੱਕ ਅਸੀਂ ਆਪਣੀ ਮਤ ਦੁਆਰਾ ਚੱਲਦੇ ਹਾਂ, ਆਪਣੀ ਸਿਆਣਪ ਨੂੰ, ਆਪਣੇ ਬਲ ਨੂੰ, ਆਪਣੀ ਬੁੱਧੀ ਜਿਹੜੀ ਮਨ ਮਤ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਉਨੀ ਦੇਰ ਉਹ ਸਾਡੀ ਨਹੀਂ ਰੱਖਦਾ। ਜਦੋਂ ਅਸੀਂ ਆਪਣੀ ਮਤ ਛੱਡ ਦਿੰਦੇ ਹਾਂ, ਆਪਣੀ ਸਿਆਣਪ ਛੱਡ ਦਿੰਦੇ ਹਾਂ, ਫਿਰ ਉਹ ਸਾਨੂੰ ਚਲਾਉਂਦਾ ਹੈ। ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਹੁ ਜਾਏ। ਇੱਕ ਆਸ ਪ੍ਰਭੂ ਦੀ ਰੱਖਦੇ ਹਾਂ, ਆਪਣੀ ਸਿਆਣਪ ਛੱਡਦੇ ਹਾਂ। ਤਿਸ ਕੀ ਟੇਕ ਮਨੈ ਮੈਂ ਰਾਖ, ਮਨ ਦੇ ਵਿੱਚ ਉਸ ਪ੍ਰਭੂ ਦੀ ਹੀ ਟੇਕ ਰੱਖਣੀ ਹੈ। ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ, ਜਦੋਂ ਉਸੇ ਦੀ ਟੇਕ ਚੱਲਦੇ ਹਾਂ, ਉਸੇ ਦੇ ਪੈ ਦੇ ਵਿੱਚ ਆਪਣੀ ਬੁੱਧ ਮਤ ਸਿਆਣਪ ਛੱਡਦੇ ਹਾਂ, ਫਿਰ ਉਹ ਪ੍ਰਭੂ ਗੁਰ ਸ਼ਬਦ ਦਾ ਖਜ਼ਾਨਾ ਦਿੰਦਾ ਹੈ, ਜਿਸ ਨੂੰ ਅੰਮ੍ਰਿਤ ਕਿਹਾ। ਫਿਰ ਰਸਨਾ ਜਦੋਂ ਗੁਣ ਗਾਉਂਦੀ ਹੈ, ਫਿਰ ਉਸ ਅੰਮ੍ਰਿਤ ਨੂੰ ਚੱਕਦੀ ਹੈ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹਿਲਾ ਕਰ ਲੈ ਜੀਓ, ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਭ ਸੰਗ। ਤੇ ਇੱਦਾਂ ਫਿਰ ਰਸਨਾ ਦੁਆਰਾ, ਜਿਵੇਂ ਹੁਣ ਆਪਾਂ ਸਿਫਤ ਸਲਾਹ ਕਰਦੇ ਹਾਂ, ਰਸਨਾ ਅੰਮ੍ਰਿਤ ਪੀਂਦੀ ਹੈ। ਪਰ ਕਿਹਦੇ ਕਿਰਪਾ ਸਦਕਾ? ਉਸੇ ਪ੍ਰਭੂ ਦੀ ਦਇਆ ਸਦਕਾ। ਅਵਰ ਯਤਨ ਕਹੋ ਕੌਣ ਕਾਜ, ਹੋਰ ਕੋਈ ਵੀ ਯਤਨ ਜਿਹੜਾ ਸਾਡੇ ਕਾਰਜ ਨਹੀਂ ਆਉਂਦਾ। ਕਰ ਕਿਰਪਾ ਰੱਖੈ ਆਪ ਲਾਜ, ਆਪ ਸਾਡੀ ਲਾਜ ਰੱਖਦਾ ਹੈ, ਕਿਰਪਾ ਕਰਦਾ। ਹੋਰ ਅਸੀਂ ਕੋਈ ਯਤਨ ਨਹੀਂ ਕਰਦੇ। ਆਪਣੀ ਬੁੱਧ ਸਿਆਣਪ ਛੱਡ ਕੇ ਜਦੋਂ ਉਸਦੇ ਹੋ ਜਾਂਦੇ ਹਾਂ, ਫਿਰ ਆਪ ਪ੍ਰਭੂ ਸਾਨੂੰ ਇਸ ਸ਼ਬਦ ਦਾ ਖਜ਼ਾਨਾ ਦਿੰਦਾ ਹੈ, ਜਿਸ ਸ਼ਬਦ ਦੁਆਰਾ ਫਿਰ ਅਸੀਂ ਆਪ ਵੀ ਉਸ ਦੇ ਆਨੰਦ ਨੂੰ ਮਾਣਦੇ ਹਾਂ ਅਤੇ ਦੂਜਿਆਂ ਨੂੰ ਵੀ ਗਿਆਨ ਦਿੰਦੇ ਹਾਂ। ਖਾਤ ਖਰਚਤ ਬਿਲਸ਼ਤ ਰਹੇ, ਟੂਟ ਨਾ ਜਾਹੇ ਤੋਟ ਨਾ ਜਾਹੇ ਭੰਡਾਰ, ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੇ ਸੋ ਮਾਰ। ਫਿਰ ਇੱਕ ਖਜ਼ਾਨਾ ਦਿੰਦਾ ਤੇ ਤੋਟ ਨਹੀਂ ਆਉਂਦੀ। ਕਿਆ ਮਾਨੁਖ ਕਹੋ ਕਿਆ ਜੋਰ, ਝੂਠਾ ਮਾਇਆ ਕਾ ਸਭ ਸ਼ੋਰ। ਮੈਂ ਕਹਿੰਦੇ ਜੇ ਮਨੁੱਖ ਕਹੇ ਵੀ ਮੈਂ ਕੁਛ ਕਰਦਾ ਹਾਂ, ਕਿਉਂਕਿ ਬਹੁਤ ਸਾਰੇ ਜੀਵ ਆਪ ਹੀ ਕੁਛ ਨਾ ਕੁਛ ਬਣਦੇ ਨੇ, ਪਰ ਕਹਿੰਦੇ ਉਹਨਾਂ ਦਾ ਇੱਥੇ ਜ਼ੋਰ ਨਹੀਂ ਚੱਲਦਾ, ਕਿਉਂਕਿ ਮਨੁੱਖ ਦਾ ਜ਼ੋਰ ਨਹੀਂ ਚੱਲਦਾ। ਸਿਰਫ ਉਹ ਤਾਂ ਮਾਇਆ ਤੱਕ ਸੀਮਤ ਨੇ। ਝੂਠਾ ਮਾਇਆ ਕਾ ਸਭ ਸ਼ੋਰ, ਕਰਨ ਕਰਾਵਣ ਹਰ ਸੁਆਮੀ। ਕਰਨ ਵਾਲਾ ਤੇ ਕਰਾਵਣ ਵਾਲਾ ਆਪ ਮਾਲਕ ਹੈ। ਕਿਉਂਕਿ ਕਰਾਵਣ ਵਾਲਾ ਕਿਵੇਂ ਹੈ? ਆਪ ਆਪਣੇ ਜਨਾਂ ਦੁਆਰਾ ਕਰਵਾਉਂਦਾ ਹੈ, ਆਪਣੇ ਜਨਾਂ ਦੁਆਰਾ ਕਰਦਾ ਹੈ। ਇਸ ਕਰਕੇ ਕਰਨ ਵੀ ਹੈ ਤੇ ਕਰਾਵਣਹਾਰ ਵੀ ਹੈ। ਸਗਲ ਘਟਾ ਕੇ ਅੰਤਰਜਾਮੀ, ਤੇ ਉਹ ਸਾਰਿਆਂ ਦੇ ਘਟ ਦੇ ਵਿੱਚ ਦੀ ਅੰਦਰ ਦੀ ਜਾਣਦਾ ਹੈ, ਕਿਉਂਕਿ ਅੰਤਰਜਾਮੀ ਹੈ। ਜੋ ਅਸੀਂ ਸੋਚ ਲਿਆ ਤੇ ਉਸ ਨੂੰ ਉਸ ਦਾ ਪਤਾ ਚੱਲ ਗਿਆ। ਜੋ ਅਸੀਂ ਅੰਤਰਗਤ ਹੀ ਵਿਚਾਰ ਹੀ ਲਿਆ ਜਾਂ ਧਿਆਨ ਦੁਆਰਾ ਸੋਚਿਆ ਹੀ, ਤੇ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਅੰਦਰ ਇਸ ਦੇ ਕੀ ਚੱਲਦਾ ਹੈ, ਇਹ ਕੀ ਚਾਹੁੰਦਾ ਹੈ, ਕੀ ਇੱਛਾ ਹੈ ਇਸ ਦੀ। ਉਸ ਪ੍ਰਭੂ ਨੂੰ ਪਤਾ ਚੱਲਦਾ ਹੈ। ਇਸ ਕਰਕੇ ਉਹੀ ਕਰਨ ਵਾਲਾ ਹੈ, ਮਨੁੱਖ ਦੇ ਵਸ ਨਹੀਂ ਹੈ। ਮਨੁੱਖ ਤਾਂ ਸਿਰਫ 3 ਗੁਣਾ ਤੱਕ ਸੀਮਤ ਹੈ। 3 ਗੁਣਾ ਦੀਆਂ ਗੱਲਾਂ ਕਰ ਸਕਦਾ ਹੈ, 3 ਗੁਣਾ ਦੀਆਂ ਵਿਚਾਰਾਂ ਕਰ ਸਕਦਾ, ਆਪਣੇ ਆਪ ਨੂੰ ਕੁਛ ਜਨਾ ਸਕਦਾ ਹੈ, ਲੇਕਿਨ 3 ਗੁਣਾ ਦੇ ਵਿੱਚ। ਜਿੱਥੇ ਚੌਥੇ ਪਦ ਵਿੱਚ ਜਦੋਂ ਮਾਲਕ ਦੇ ਨਾਲ ਮਿਲਾਪ ਹੋ ਗਿਆ, ਉੱਥੇ ਆਪਾਂ ਸਾਰੀ ਬਾਣੀ ਪੜ੍ਹ ਲਈਏ ਗੁਰੂ ਸਾਹਿਬਾਨਾਂ ਦੀ, ਜਿਨ੍ਹਾਂ ਵੀ ਬਚਨ ਲਿਖੇ, ਤੇ ਉਹਨਾਂ ਸਿਰਫ ਇਹੀ ਕਿਹਾ ਕਿ ਅਸੀਂ ਨਹੀਂ ਕੁਛ ਕਰ ਸਕਦੇ, ਅਸੀਂ ਤਾਂ ਜਿਵੇਂ ਉਹ ਚਲਾਉਂਦਾ ਉਵੇਂ ਚੱਲਦੇ ਹਾਂ। ਸਰਬ ਸੁੱਖਾ ਸੁੱਖ ਸਾਚਾ, ਇਹ ਹੁਣ ਸਮਝਾਉਂਦੇ ਨੇ ਸਾਰੇ ਸੁੱਖਾਂ ਦੇ ਵਿੱਚੋਂ ਜਿਹੜਾ ਸੱਚਾ ਸੁੱਖ ਕੀ ਹੈ। ਗੁਰ ਉਪਦੇਸ਼ ਮਨੈ ਮੇਲੇ, ਵੀ ਗੁਰ ਉਪਦੇਸ਼ ਨੂੰ ਮਨ ਦੇ ਵਿੱਚ ਵਸਾਲਾ।
ਸਭ ਤੋਂ ਸੁੱਖਾਂ ਦਾ, ਕਿਉਂਕਿ ਗੁਰ ਹੀ ਸਾਡੇ ਸੰਗ ਰਹਿਣਾ। ਉਸੇ ਨੇ ਸਾਨੂੰ, ਜਿਵੇਂ ਆਪਾਂ ਪਹਿਲਾਂ ਹੀ ਵਿਚਾਰ ਆਏ ਹਾਂ, ਕਿ ਉਹੀ ਸਾਨੂੰ ਨਰਕਾਂ ਤੋਂ ਬਚਾਏਗਾ, ਉਹੀ ਸਾਨੂੰ ਇੱਥੇ ਵੀ ਰਾਖੀ ਕਰੇਗਾ ਅਤੇ ਅੱਗੇ ਵੀ ਸਾਡੇ ਨਾਲ ਜਾ ਕੇ ਸਾਡਾ ਛੁਟਕਾਰਾ ਕਰੇਗਾ। ਇਸ ਕਰਕੇ ਸਾਰਿਆਂ ਤੋਂ ਸੁੱਖਾਂ ਦੇ ਵਿੱਚ ਜਿਹੜਾ ਸੁੱਖ ਸੱਚਾ ਹੈ ਉਹ ਹੈ ਗੁਰ ਉਪਦੇਸ਼ ਨੂੰ ਮਨ ਦੇ ਵਿੱਚ ਵਸਾ ਲੈਣਾ। ਜਾ ਕੋ ਰਾਮ ਨਾਮ ਲਿਵ ਲਾਗੀ, ਜਿਨ੍ਹਾਂ ਦੀ ਲਿਵ ਰਾਮ ਨਾਮ ਨਾਲ ਲੱਗ ਗਈ ਹੈ, ਜੁੜ ਗਈ ਹੈ, ਕਹੋ ਨਾਨਕ ਸੋ ਧਨ ਬੜ ਭਾਗੀ। ਤੇ ਮਹਾਰਾਜ ਸਮਝਾਉਂਦੇ ਨੇ ਕਿ ਉਹ ਜੀਵ ਧਨ ਹੈ, ਉਹ ਬੜ ਭਾਗੀ ਹੈ ਜਿਨ੍ਹਾਂ ਦੀ ਰਾਮ ਨਾਮ ਦੇ ਨਾਲ ਲਿਵ ਜੁੜ ਗਈ ਹੈ। ਤੇ ਫਿਰ ਉਹ ਜੀਵ ਆਪ ਵੀ ਮਨ ਦੇ ਵਿੱਚ ਉਸ ਸੱਚੇ ਉਪਦੇਸ਼ ਨੂੰ ਵਸਾਉਂਦੇ ਨੇ, ਕਿਉਂਕਿ ਉਸ ਉਪਦੇਸ਼ ਦੁਆਰਾ ਹੀ ਲਿਵ ਜੁੜੀ ਹੈ, ਤੇ ਦੂਜਿਆਂ ਨੂੰ ਵੀ ਉਹੀ ਗਿਆਨ ਦਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਆਪਣੀ ਲਿਵ ਜੁੜਨੀ ਹੈ। ਸੋ ਆਓ ਹੁਣ ਗੁਰਮੁਖ ਪਿਆਰਿਓ, ਆਪਾਂ ਨਾਲ ਨਾਲ ਅਭਿਆਸ ਕਰੀਏ, ਵਾਰ ਵਾਰ ਜੋ ਗੁਰ ਹੈ ਉਸ ਨੂੰ ਦ੍ਰਿੜ ਕਰੀਏ, ਗੁਰਮੰਤਰ ਨੂੰ ਦ੍ਰਿੜ ਕਰੀਏ। ਗੁਰਮੰਤਰ ਹੁੰਦਾ ਜੁਗਤੀ, ਜੋ ਆਪਾਂ ਇਸ ਨੂੰ ਵਾਰ ਵਾਰ ਦ੍ਰਿੜ ਕਰਨਾ ਹੈ, ਇਸੇ ਨੂੰ ਮਨ ਦੇ ਵਿੱਚ ਵਸਾ ਲੈਣਾ ਹੈ, ਕਿਉਂਕਿ ਇਹ ਬਚਨ ਜੋ ਹੈ ਅਬਿਨਾਸੀ ਹੈ ਤੇ ਸਾਡੇ ਨਾਲ ਹੀ ਚੱਲਣਾ ਹੈ। ਆਓ ਕਿਵੇਂ ਆਪਾਂ ਧਿਆਉਣਾ ਹੈ। ਇਹ ਗਿਆਨ ਦਾ ਸੁਰਮਾ ਜਿਹੜਾ ਗੁਰ ਹੈ ਉਹ ਆਪਣੇ ਨੇਤਰਾਂ ਦੇ ਵਿੱਚ ਪਾਇਆ ਜਾਂਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬੇਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤੇ ਹਰੀ ਦੀ ਕਿਰਪਾ ਦੁਆਰਾ ਹੀ ਸੰਤ ਮਿਲਦੇ, ਜਿਨ੍ਹਾਂ ਦੁਆਰਾ ਆਪਣਾ ਗਿਆਨ ਦਿੰਦਾ ਹੈ, ਤੇ ਉਹਨਾਂ ਦਾ ਸੰਗ ਕਰਕੇ ਆਪਾਂ